ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਆਪਣੀ ਆਨਲਾਈਨ ਸਟੱਡੀ ਦੇ ਵਿੱਚ। ਸੋ ਅੱਜ ਆਪਾਂ ਆਪਣੇ ਨੈਕਸਟ ਚੈਪਟਰ ਆ ਜਿਹੜਾ ਫਾਈਨੈਂਸ਼ੀਅਲ ਸਟੇਟਮੈਂਟ, ਉਹਦਾ ਜੋ ਟੌਪਿਕ ਰਹਿ ਗਿਆ ਸੀ ਉਹ ਆਪਾਂ ਕੰਟੀਨਿਊ ਕਰਾਂਗੇ। ਆਪਣੇ ਕੋਲ ਇਹ ਟੌਪਿਕ ਹੈਗਾ ਹੈ ਐਡਜਸਟਮੈਂਟਸ ਇਨ ਫਾਈਨੈਂਸ਼ੀਅਲ ਸਟੇਟਮੈਂਟ, ਕਿ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਜਦੋਂ ਐਡਜਸਟਮੈਂਟ ਕਰਨੀਆਂ ਹੈ ਤਾਂ ਆਪਾਂ ਕਿਸ ਤਰ੍ਹਾਂ ਕਰਾਂਗੇ, ਕਿਹੜੀਆਂ ਐਡਜਸਟਮੈਂਟਸ ਆਪਾਂ ਨੂੰ ਦਿੱਤੀਆਂ ਹੋਣਗੀਆਂ ਅਤੇ ਆਪਾਂ ਕਿਵੇਂ ਆਪਦੇ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਦੁਬਾਰਾ ਬਣਾ ਕੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਰਹਿ ਗਈਆਂ ਹੋਣਗੀਆਂ ਉਹਨਾਂ ਨੂੰ ਆਪਾਂ ਲਿਖਣਾ ਹੈ। ਹੁਣ ਆਪਣੇ ਕੋਲ ਕੁਐਸਚਨ ਹੈ 26th, ਜਿਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਇੱਕ ਬੁੱਕ ਕੀਪਰ ਆ ਉਹ ਇੱਕ ਸਬਮਿਟ ਕਰਦਾ ਹੈ ਟਰਾਇਲ ਬੈਲੈਂਸ, ਅਤੇ ਉਹਦਾ ਜਿਹੜਾ ਟਰਾਇਲ ਬੈਲੈਂਸ ਆ ਉਹਦਾ ਡੈਬਿਟ ਔਰ ਕ੍ਰੈਡਿਟ ਬੈਲੈਂਸ ਬਰਾਬਰ ਨਹੀਂ ਹੁੰਦਾ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਵੀ ਟਰਾਇਲ ਬੈਲੈਂਸ ਆਪਾਂ ਪ੍ਰਪੇਅਰ ਕਰਦੇ ਹਾਂ ਤਾਂ ਆਟੋਮੈਟਿਕਲੀ ਡੈਬਿਟ ਐਂਡ ਕ੍ਰੈਡਿਟ ਵੈਲਿਊਜ਼ ਕੀ ਆ, ਇਕੁਅਲ ਆ ਜਾਂਦੀਆਂ। ਅਗਰ ਆਪਣੀਆਂ ਡੈਬਿਟਸ ਐਂਡ ਕ੍ਰੈਡਿਟ ਵੈਲਿਊਜ਼ ਇਕੁਅਲ ਨਹੀਂ ਆਉਂਦੀਆਂ ਤਾਂ ਮਤਲਬ ਕੀ ਆ, ਆਪਣਾ ਉਹ ਟਰਾਇਲ ਬੈਲੈਂਸ ਕੀ ਗਲਤ ਆ। ਹੁਣ ਆਪਾਂ ਨੂੰ ਉਹ ਸਾਰਾ ਟਰਾਇਲ ਬੈਲੈਂਸ ਆ ਜਿਹੜਾ ਤੁਹਾਡੇ ਕੁਐਸਚਨ ਦੇ ਵਿੱਚ ਗਿਵਨ ਆ, ਬਟ ਇਹਦੇ ਵਿੱਚ ਬਹੁਤ ਸਾਰੀਆਂ ਮਿਸਟੇਕ ਆ। ਸੋ ਆਪਾਂ ਨੂੰ ਉਹਨਾਂ ਨੇ ਕਿਹਾ ਹੋਇਆ ਕਿ ਰੀਡਰਾਫਟ ਕਰਨਾ, ਇੱਕ ਤਾਂ ਟਰਾਇਲ ਬੈਲੈਂਸ ਨੂੰ ਕਰੈਕਟਲੀ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਔਰ ਬੈਲੈਂਸ ਸ਼ੀਟ ਨੂੰ ਪ੍ਰਪੇਅਰ ਕਰਨਾ। ਫਿਰ ਆਪਾਂ ਨੂੰ ਕੁਛ ਐਡਜਸਟਮੈਂਟਸ ਆ, ਜਿਹਦੇ ਵਿੱਚੋਂ ਪਹਿਲੀ ਹੈਗੀ ਆ ਸਟਾਕ ਔਨ ਹੈਂਡ, ਮਤਲਬ ਕਿ ਇਹ 31 ਦਸੰਬਰ ਦੀ ਆ ਕਲੋਜ਼ਿੰਗ ਸਟਾਕ। ਫਿਰ ਫਿਕਸਚਰ ਐਂਡ ਫਿਟਿੰਗ ਆ ਜਿਹੜੀ ਆਪਣੇ ਕੋਲ ਉਹਨਾਂ ਦੀ ਡੈਪਰੀਸ਼ੀਏਸ਼ਨ ਆ 250 ਦੀ। 350 ਇਹਨਾਂ ਕੋਲ ਅਨਪੇਡ ਹੈਗੀਆਂ ਸੈਲਰੀਜ਼, ਇਹਨਾਂ ਨੂੰ ਅਨਪੇਡ ਸੈਲਰੀਜ਼ ਨੂੰ ਅਸੀਂ ਆਊਟਸਟੈਂਡਿੰਗ ਸੈਲਰੀਜ਼ ਬੋਲ ਦਿੰਦੇ ਹਾਂ। ਜਿਹੜੀਆਂ ਆਊਟਸਟੈਂਡਿੰਗਸ ਆ ਇਹਦਾ ਮਤਲਬ ਕਿ ਇਹ ਰਹਿੰਦੀਆਂ ਦੇਣ ਵਾਲੀਆਂ। ਫਿਰ ਆਪਣੇ ਕੋਲ ਕੀ ਆ ਰੇਟ ਇੰਸ਼ੋਰੈਂਸ ਆ ਜਿਹੜੀ ਉਹ ਪੇ ਹੋਈ ਆ ਇਨ ਐਡਵਾਂਸ, ਤਾਂ ਇਹਨਾਂ ਨੂੰ ਆਪਾਂ ਪ੍ਰੀਪੇਡ ਬੋਲਦੇ ਹਾਂ। ਜੋ ਪਹਿਲਾਂ ਪੇ ਕੀਤੀਆਂ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਆਪਾਂ ਪ੍ਰੀਪੇਡ ਰੇਟਸ ਐਂਡ ਇੰਸ਼ੋਰੈਂਸ ਬੋਲਦੇ ਹਾਂ। ਹੁਣ ਜਦੋਂ ਆਪਾਂ ਰੀਡਰਾਫਟ ਕਰਾਂਗੇ ਆਪਣੇ ਟਰਾਇਲ ਬੈਲੈਂਸ ਨੂੰ ਤਾਂ ਸਾਡੇ ਕੋਲ ਕੀ ਆਏਗਾ, ਚੈੱਕ ਕਰਾਂਗੇ ਵੀ ਕਿਹੜੀਆਂ ਚੀਜ਼ਾਂ ਗਲਤ ਆ। ਸਾਡੇ ਕੋਲ ਕੈਪੀਟਲ ਜਿਹੜੀ ਦਿੱਤੀ ਆ ਉਹ ਸਹੀ ਆ, ਬਟ ਜਿਹੜਾ ਸਾਡੇ ਕੋਲ ਕੈਸ਼ ਇਨ ਹੈਂਡ ਆ ਉਹ ਰੋਂਗ ਆ, ਕਿਉਂਕਿ ਕੈਸ਼ ਇਨ ਹੈਂਡ ਕੀ ਆ, ਸਾਡਾ ਇਹ ਇੱਕ ਐਸੈਟਸ ਆ ਔਰ ਜਿੰਨੀਆਂ ਵੀ ਸਾਡੇ ਕੋਲ ਐਕਸਪੈਂਸਿਸ ਹੁੰਦੇ ਆ ਜਾਂ ਜਿੰਨੇ ਵੀ ਸਾਡੇ ਕੋਲ ਇਨਕਮਸ ਹੁੰਦੀਆਂ ਉਹਨਾਂ ਨੂੰ ਅਸੀਂ ਕੀ ਆ ਅਲੱਗ-ਅਲੱਗ ਵੇ ਦੇ ਨਾਲ ਇਹਦੇ ਵਿੱਚ ਸ਼ੋਅ ਕਰਦੇ ਹਾਂ। ਟਰਾਇਲ ਬੈਲੈਂਸ ਦੇ ਵਿੱਚ ਅਸੀਂ ਡੈਬਿਟ ਕਰਦੇ ਹਾਂ ਸਾਰੇ ਐਕਸਪੈਂਸਿਸ ਨੂੰ, ਕ੍ਰੈਡਿਟ ਕਰਦੇ ਹਾਂ ਆਲ ਇਨਕਮਸ ਨੂੰ। ਸੋ ਇਹ ਇੱਕ ਖਰਚੇ ਹੁੰਦੇ ਆ ਜੋ ਅਸੀਂ ਡੇਲੀ ਬੇਸਿਸ 'ਤੇ ਕਰਨੇ ਹੁੰਦੇ ਆ, ਇਹ ਸਾਡੇ ਕੋਲ ਜਾਣਗੇ ਡੈਬਿਟ ਸਾਈਡ। ਪਰਚੇਜ਼ ਸਹੀ ਆ ਔਰ ਸੇਲ ਵੀ ਸਹੀ ਆ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਆ ਕੈਸ਼ ਐਟ ਬੈਂਕ, ਇਹ ਵੀ ਕਰੈਕਟ ਲਿਖਿਆ ਹੋਇਆ। ਔਰ ਨੈਕਸਟ ਆਪਣੇ ਕੋਲ ਹੈਗਾ ਫਿਕਸਚਰ ਐਂਡ ਫਿਟਿੰਗ, ਇਹ ਵੀ ਸਹੀ ਲਿਖਿਆ ਹੋਇਆ ਹੈ। 1500 ਦੇ ਫਰੀ ਹੋਲਡ ਪ੍ਰੀਮਿਸਿਸ, ਇਹ ਵੀ ਕਰੈਕਟ ਲਿਖਿਆ ਹੋਇਆ ਹੈ। ਔਰ ਬਿਲ ਰਿਸੀਵੇਬਲ ਵੀ ਕਰੈਕਟ ਆ। ਬਟ ਜਿਹੜੀ ਆਪਣੇ ਕੋਲ ਨੈਕਸਟ ਐਂਟਰੀ ਆ ਜੋ ਆਪਾਂ ਨੂੰ ਇੱਥੇ ਉਹਨਾਂ ਨੇ ਦਿੱਤੀ ਹੋਈ ਹੈ ਲਾਈਟਿੰਗ ਐਂਡ ਫਿਟਿੰਗ ਹੈਗੀ ਹੈ 650 ਦੀ। ਉਸ ਤੋਂ ਬਾਅਦ ਆਪਣੇ ਕੋਲ ਹੈਗੇ ਬਿਲ ਰਿਸੀਵੇਬਲ, ਬਿਲ ਰਿਸੀਵੇਬਲ ਰੌਂਗ ਪਾਏ ਹੋਇਆ। ਬਿਲ ਰਿਸੀਵੇਬਲ ਆਪਣੇ ਹੁੰਦੇ ਆ ਡੈਬਿਟ ਸਾਈਡ, ਇੱਧਰ ਕ੍ਰੈਡਿਟ ਲਿਖਿਆ ਹੋਇਆ। ਸੋ ਇਹ ਚੀਜ਼ ਆ ਜਿਹੜੀ ਉਹ ਇੱਧਰਲੀ ਸਾਈਡ ਆਊਗੀ, ਨਾ ਕਿ ਇੱਧਰਲੀ ਸਾਈਡ। ਆਹ ਚੀਜ਼ ਵੀ ਇੱਧਰਲੀ ਸਾਈਡ ਆਊਗੀ, ਇੱਧਰਲੀ ਸਾਈਡ ਨਹੀਂ ਆਊਗੀ। ਹੁਣ ਆਪਣੇ ਕੋਲ ਨੈਕਸਟ ਆ ਜਾਂਦੇ ਆ ਇੱਧਰਲੀ ਸਾਈਡ ਸੈਲਰੀਜ਼, ਔਰ ਉਹ ਸਹੀ ਲਿਖੀ ਹੋਈਆਂ। ਕ੍ਰੈਡੀਟਰਸ ਵੀ ਸਹੀ ਲਿਖੇ ਹੋਏ ਆ। ਔਰ ਜਿਹੜੇ ਇੱਥੇ ਰਿਟਰਨ ਇਨਵਰਡ ਰਹਿ ਗਏ ਸੀ, ਰਿਟਰਨ ਇਨਵਰਡ ਵੀ ਇੱਧਰਲੀ ਸਾਈਡ ਆਉਣੇ ਆ, ਜੋ ਕਿ ਇੱਧਰਲੀ ਸਾਈਡ ਆਪਾਂ ਨੂੰ ਗਲਤ ਪਾ ਕੇ ਦੱਸੇ ਹੋਏ ਆ। ਰਿਸੀਵੇਬਲ ਔਰ ਇਨਵਰਡ ਦੋਨੋਂ ਹੀ ਗਲਤ ਲਿਖੇ ਹੋਏ ਸੀ, ਇਹ ਇੱਧਰਲੀ ਸਾਈਡ ਹੀ ਆਉਣੇ ਸੀ। ਨੈਕਸਟ ਆਪਣੇ ਕੋਲ ਹੈਗੇ ਡੈਬਿਟਰਸ, ਆਲਰੇਡੀ ਸਹੀ ਜਗ੍ਹਾ 'ਤੇ ਪਏ ਆ ਡੈਬਿਟ ਸਾਈਡ। ਓਪਨਿੰਗ ਸਟਾਕ ਉਹ ਵੀ ਸਹੀ ਆ। ਧਿਆਨ ਰੱਖਿਓ ਕਿ ਅਗਰ ਆਪਾਂ ਨੂੰ ਕਲੋਜ਼ਿੰਗ ਔਰ ਓਪਨਿੰਗ ਦਿੱਤਾ ਹੋਵੇ ਤਾਂ ਆਪਾਂ ਟਰਾਇਲ ਬੈਲੈਂਸ ਦੇ ਵਿੱਚ ਹਮੇਸ਼ਾ ਓਪਨਿੰਗ ਸਟਾਕ ਹੀ ਪਾਉਂਦੇ ਆ। ਪ੍ਰਿੰਟਿੰਗ ਵੀ ਸਹੀ ਜਗ੍ਹਾ 'ਤੇ ਲਿਖਿਆ ਹੋਇਆ। ਜਿਹੜੇ ਬਿੱਲ ਪੇਬਲ ਆ ਇਹ ਗਲਤ ਲਿਖੇ ਹੋਏ ਆ, ਇਹਨੂੰ ਡੈਬਿਟ ਦੀ ਬਜਾਏ ਆਪਾਂ ਕਿੱਧਰ ਲਿਖਦੇ ਹੁੰਦੇ ਆ, ਕ੍ਰੈਡਿਟ ਸਾਈਡ। ਸੋ ਇਹ ਵੀ ਆਪਾਂ ਸਹੀ ਕਰ ਲਾਂਗੇ। ਫਿਰ ਆਪਣੇ ਕੋਲ ਆ ਜਾਂਦੇ ਆ ਰੇਟ, ਟੈਕਸਿਸ ਐਂਡ ਇੰਸ਼ੋਰੈਂਸ, ਇਹ ਸਹੀ ਲਿਖੇ ਹੋਏ ਆ। ਬਟ ਜਿਹੜੇ ਬਿੱਲ ਇੱਧਰ ਡਿਸਕਾਊਂਟ ਰਿਸੀਵੇਬਲ ਆ ਇਹ ਗਲਤ ਲਿਖੇ ਹੋਏ ਆ। ਡਿਸਕਾਊਂਟ ਰਿਸੀਵੇਬਲ ਆਪਣੇ ਕੋਲ ਹੁੰਦੇ ਆ ਕ੍ਰੈਡਿਟ ਸਾਈਡ, ਜੋ ਕਿ ਸਾਡੀ ਇਨਕਮ ਨੂੰ ਰਿਪਰਜੈਂਟ ਕਰਦੇ ਆ। ਔਰ ਡਿਸਕਾਊਂਟ ਅਲਾਉਡ ਹੁੰਦੇ ਆ ਡੈਬਿਟ ਸਾਈਡ, ਜੋ ਐਕਸਪੈਂਸਿਸ ਨੂੰ ਰਿਪਰਜੈਂਟ ਕਰਦੇ ਆ। ਸੋ ਆਲਮੋਸਟ ਆਪਾਂ ਜਿਹੜਾ ਟਰਾਇਲ ਬੈਲੈਂਸ ਆ ਇਹਨੂੰ ਕਰੈਕਟ ਕੀਤਾ ਹੈ। ਔਰ ਕਰੈਕਟ ਕਰਨ ਤੋਂ ਬਾਅਦ ਆਪਣੇ ਕੋਲ ਟਰਾਇਲ ਬੈਲੈਂਸ ਦਾ ਜਿਹੜਾ ਇੱਕ ਟੋਟਲ ਆ ਉਹ 22,9400, ਯਾਨੀ ਕਿ ਆਪਣੇ ਕੋਲ ਆਹ ਚੀਜ਼ ਆ ਜਿਹੜੀ ਉਹ ਆ ਜਾਏਗੀ
ट्रायल बैलेंस ਨੂੰ ਜਦੋਂ ਕਰੈਕਟਲੀ ਲਿਖੋਗੇ ਤਾਂ ਤੁਸੀਂ ਇਸ ਅਕੋਰਡਿੰਗ ਲਿਖਣਾ ਹੈ। ਇਸ ਚੀਜ਼ ਨੂੰ ਧਿਆਨ 'ਚ ਰੱਖਿਓ। ਆਪਣੇ ਕੋਲੇ ਡੈਬਿਟ ਐਂਡ ਕ੍ਰੈਡਿਟ ਸਾਈਜ਼ ਦੇ ਵਿੱਚ ਟਰਾਇਲ ਬੈਲੈਂਸ ਆ ਜੋ ਇਸ ਅਕੋਰਡਿੰਗ ਹੀ ਆਪਾਂ ਪ੍ਰਪੇਅਰ ਕਰਾਂਗੇ। ਸੋ ਟਰਾਇਲ ਬੈਲੈਂਸ ਆ ਜਿਹੜਾ ਤੁਹਾਡਾ ਐਗਜ਼ੈਕਟ ਇਸ ਤਰ੍ਹਾਂ ਲਿਖਿਆ ਹੋਣਾ ਚਾਹੀਦਾ ਔਰ ਉਹਨੂੰ ਪਹਿਲਾਂ ਰੀਡਰਾਫਟ ਕਰੋਗੇ। ਰੀਡਰਾਫਟ ਕਰਨ ਤੋਂ ਬਾਅਦ ਟਰਾਇਲ ਬੈਲੈਂਸ ਦਾ ਟੋਟਲ ਕਰੋਗੇ। ਜਦੋਂ ਟੋਟਲ ਬਰਾਬਰ ਆ ਗਿਆ ਮਤਲਬ ਕਿ ਤੁਹਾਡਾ ਕੁਐਸਚਨ ਉਹ ਸਹੀ ਹੈ। ਹੁਣ ਆਪਾਂ ਪ੍ਰਪੇਅਰ ਕਰਾਂਗੇ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਐਂਡ ਬੈਲੈਂਸ ਸ਼ੀਟ। ਫਸਟ ਆਫ ਆਲ ਆਪਣੇ ਕੋਲੇ ਹੈਗਾ ਹੈ ਟ੍ਰੇਡਿੰਗ ਅਕਾਊਂਟ। ਟ੍ਰੇਡਿੰਗ ਅਕਾਊਂਟ ਦੇ ਵਿੱਚ ਦੇਖੋ ਫਸਟ ਆਫ ਆਲ ਆਪਾਂ ਲਿਖਾਂਗੇ ਓਪਨਿੰਗ ਸਟਾਕ ਜੋ ਆਪਾਂ ਨੂੰ ਸਟੇਟਮੈਂਟ ਵਿੱਚ ਦਿੱਤਾ ਵਾ 30,000। ਫਿਰ ਲਿਖਾਂਗੇ ਪਰਚੇਜ਼ ਜੋ ਵੀ ਆਪਾਂ ਨੂੰ ਗਿਵਨ ਹੈ 89,900। ਫਿਰ ਆਪਣੇ ਕੋਲੇ ਹੈਗੀ ਹੈ ਸੇਲ। ਅਗਰ ਤਾਂ ਸੇਲ ਹੈ ਅਤੇ ਔਰ ਨਾਲ ਰਿਟਰਨ ਆ ਤਾਂ ਰਿਟਰਨ ਆਪਾਂ ਮਾਈਨਸ ਕਰਕੇ ਪਾਉਂਦੇ ਹਾਂ। ਸੋ 300 ਮਾਈਨਸ ਹੋ ਕੇ 11 ਜਿਹੜਾ 300 ਆਪਣੇ ਕੋਲੇ ਇੱਥੇ ਵੈਲਿਊ ਆ ਜਾਊਗੀ। ਫਿਰ ਆਪਣੇ ਕੋਲੇ ਆ ਜਾਂਦਾ ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਆਪਾਂ ਨੂੰ ਕੀ ਆ ਐਡਜਸਟਮੈਂਟ ਦੇ ਵਿੱਚ ਗਿਵਨ ਆ। ਆਪਾਂ ਨੂੰ ਲਿਖਿਆ ਹੋਇਆ ਜਿਹੜਾ ਉਹਨਾਂ ਨੇ ਬੈਲੈਂਸ ਐਜ਼ ਪਰ 31 ਦਸੰਬਰ ਉਹ ਆਪਣੇ ਕੋਲੇ ਐਡਜਸਟਮੈਂਟ ਦੇ ਵਿੱਚ ਕੁਐਸਚਨ ਦੇ ਵਿੱਚ ਗਿਵਨ ਆ। ਸੋ ਆਪਣੇ ਕੋਲੇ 18,000 ਦੀ ਜਿਹੜੀ ਕਲੋਜ਼ਿੰਗ ਸਟਾਕ ਆ ਉਹ ਇੱਥੇ ਆ ਜਾਊਗੀ। ਦੋਨੋਂ ਸਾਈਡਸ ਕ੍ਰੈਡਿਟ ਔਰ ਡੈਬਿਟ ਸਾਈਡ ਨੂੰ ਜਦੋਂ ਬੈਲੈਂਸ ਕਰੋਗੇ ਆਹ ਦੋਨੋਂ ਸਾਈਡਸ ਨੂੰ ਟੋਟਲ ਕਰਕੇ ਇਹਨਾਂ ਦੋਨੋਂ ਸਾਈਡਸ ਦੇ ਵਿੱਚ ਜਦੋਂ ਮਾਈਨਸ ਕਰੋਗੇ ਤੁਹਾਡੇ ਕੋਲ ਕੀ ਆ ਬੈਲੈਂਸ ਆਏਗਾ। ਉਹਨੂੰ ਆਪਾਂ ਕੀ ਕਹਿੰਦੇ ਆ ਗ੍ਰੋਸ ਪ੍ਰੋਫਿਟ। ਅਗਰ ਤਾਂ ਆਪਣੇ ਕੋਲੇ ਡੈਬਿਟ ਸਾਈਡ ਬੈਲੈਂਸ ਬਚਦਾ ਤਾਂ ਗ੍ਰੋਸ ਪ੍ਰੋਫਿਟ ਹੁੰਦਾ। ਅਗਰ ਕ੍ਰੈਡਿਟ ਸਾਈਡ ਬਚਦਾ ਤਾਂ ਉਹ ਹੋਏਗਾ ਆਪਣੇ ਕੋਲੇ ਗ੍ਰੋਸ ਲਾਸ। ਹੁਣ ਆਪਾਂ ਨੈਕਸਟ ਪ੍ਰਪੇਅਰ ਕਰਾਂਗੇ ਪ੍ਰੋਫਿਟ ਐਂਡ ਲਾਸ ਅਕਾਊਂਟ। ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਾਡੇ ਕੋਲੇ ਪਿੱਛੇ ਆ ਗ੍ਰੋਸ ਪ੍ਰੋਫਿਟ ਆਇਆ ਇਹਨੂੰ ਅਸੀਂ ਕੀ ਆ ਲੈ ਕੇ ਜਾਵਾਂਗੇ। ਗ੍ਰੋਸ ਪ੍ਰੋਫਿਟ ਸਾਡੇ ਕੋਲੇ ਕਿੰਨਾ ਆਇਆ 8400 ਤਾਂ ਇਹ ਆਪਣੇ ਕੋਲੇ ਇੱਧਰ ਕ੍ਰੈਡਿਟ ਸਾਈਡ ਪਊਗਾ। ਆਪਾਂ ਇੱਧਰ ਲਿਖਾਂਗੇ ਬਾਏ ਗ੍ਰੋਸ ਪ੍ਰੋਫਿਟ। ਹਾਂ ਜਿਹੜਾ ਇਹ ਗ੍ਰੋਸ ਪ੍ਰੋਫਿਟ ਆਇਆ ਸੇਮ ਐਜ਼ ਇਟ ਇਜ਼ ਹੀ ਤੁਸੀਂ ਇਹਨੂੰ ਲਿਖੋਗੇ ਜਿੰਨਾ ਵੀ ਆਇਆ ਹੋਊਗਾ। ਫਿਰ ਇਹਦੇ ਵਿੱਚ ਆਪਾਂ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਜੋ ਸਾਨੂੰ ਐਜ਼ ਅ ਇਨਕਮ ਰਿਸੀਵ ਹੋਈ ਹੈ। ਕ੍ਰੈਡਿਟ ਸਾਈਡ ਅਸੀਂ ਸਾਰੇ ਜਿਹੜੀਆਂ ਵੈਲਿਊਜ਼ ਪਾਵਾਂਗੇ ਜੋ ਸਾਡੇ ਕੋਲੇ ਪ੍ਰੋਫਿਟਸ ਹੋਣਗੇ। ਡੈਬਿਟ ਸਾਈਡ ਅਸੀਂ ਸਾਰੇ ਉਹ ਲਾਸ ਪਾਵਾਂਗੇ ਜੋ ਸਾਨੂੰ ਇਨਕਰਡ ਕੀਤੇ ਗਏ ਹੋਣਗੇ। ਸੋ ਆਪਾਂ ਹੁਣ ਇੱਧਰ ਪ੍ਰੋਫਿਟ ਸਾਰੇ ਜਿੰਨੇ ਵੀ ਆ ਉਹ ਲਿਖਾਂਗੇ। ਤਾਂ ਦੇਖੋ ਆਪਣੇ ਕੋਲੇ ਕਿੰਨੇ ਆ ਇੱਧਰ ਹੈਗੇ ਆਪਣੇ ਕੋਲੇ ਡਿਸਕਾਊਂਟ ਵੀ ਰਿਸੀਵ ਹੋਇਆ ਵਾ ਜੋ ਕਿ ਆਪਣਾ ਪ੍ਰੋਫਿਟ ਆ। ਆਪਣੇ ਕੋਲੇ ਡਿਸਕਾਊਂਟ ਹੈਗਾ ਏ ਇੰਨਾ 4,450। ਫਿਰ ਆਪਾਂ ਇੱਧਰਲੀ ਸਾਈਡ ਸਾਰੇ ਐਕਸਪੈਂਸਿਸ ਨੋਟ ਆਊਟ ਕਰ ਲਾਂਗੇ। ਆਪਣੇ ਕੋਲੇ ਲਾਈਟਿੰਗ ਐਂਡ ਹੀਟਿੰਗ ਹੈਗੇ ਇੱਕ ਐਕਸਪੈਂਸਿਸ ਜੋ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਹੈ ਉਹਨਾਂ ਦੀ ਵੈਲਿਊ ਆਪਣੇ ਕੋਲੇ ਹੈਗੀ 650। ਫਿਰ ਸਾਡੇ ਕੋਲੇ ਸੈਲਰੀਜ਼ ਆ। ਹੁਣ ਸੈਲਰੀਜ਼ ਦੇ ਨਾਲ ਨਾਲ ਸਾਨੂੰ ਉਹਨਾਂ ਨੇ ਕੁਐਸਚਨ ਦੇ ਵਿੱਚ ਐਡਜਸਟਮੈਂਟ ਦੇ ਵਿੱਚ ਬੋਲਿਆ ਕਿ ਸਾਡੇ ਕੋਲੇ ਆਊਟਸਟੈਂਡਿੰਗ ਦੀਆਂ ਵੀ ਸੈਲਰੀਜ਼ ਹੈਗੀਆਂ ਹੈ ਜੋ ਕਿ ਆਪਾਂ ਨੂੰ ਸੀ ਪੁਆਇੰਟ ਦੇ ਵਿੱਚ ਦੱਸੀਆਂ ਹੋਈਆਂ 350। ਤਾਂ ਜਿਹੜੀਆਂ ਸਾਡੇ ਕੋਲੇ ਆਊਟਸਟੈਂਡਿੰਗ ਹੋਣਗੀਆਂ ਉਹਨਾਂ ਨੂੰ ਅਸੀਂ ਕੀ ਕਰਦੇ ਹੁੰਦੇ ਹਾਂ ਹਮੇਸ਼ਾ ਐਡ ਕਰਕੇ ਪਾਉਂਦੇ ਹੁੰਦੇ ਹਾਂ। ਜੋ ਆਪਣੀਆਂ ਨੋਰਮਲ ਸੈਲਰੀਜ਼ ਹੁੰਦੀਆਂ ਉਹਦੇ ਵਿੱਚ ਆਊਟਸਟੈਂਡਿੰਗ ਨੂੰ ਐਡ ਕਰਦੇ ਹਾਂ। 350 ਇੱਧਰ ਐਡ ਹੋ ਜਾਣਗੇ। 350 ਐਡ ਕਰਕੇ ਸਾਡੇ ਕੋਲੇ ਆਹ ਵੈਲਿਊ ਜਿਹੜੀ ਇੱਥੇ ਆ ਜਾਏਗੀ। ਔਰ ਇਹ ਜਿਹੜੀ ਵੈਲਿਊ ਆਈ ਆ ਸਾਡੇ ਕੋਲੇ ਐਕਚੁਅਲ ਸੈਲਰੀਜ਼ ਆ ਐਡਜਸਟਮੈਂਟਸ ਨੂੰ ਲਿਖਣ ਤੋਂ ਬਾਅਦ। ਹੁਣ ਸਾਡੇ ਕੋਲੇ ਨੈਕਸਟ ਹੈਗਾ ਏ ਪ੍ਰਿੰਟਿੰਗ ਦੇ ਖਰਚੇ। ਜੋ ਪ੍ਰਿੰਟਿੰਗ ਦੇ ਚਾਰਜਿਸ ਆ ਇਹ ਇੰਡਾਇਰੈਕਟ ਖਰਚੇ ਹੋਣਗੇ ਸਾਰੇ ਔਰ ਜੋ ਅਸੀਂ ਪ੍ਰੋਫਿਟ ਐਂਡ ਲਾਸ 'ਚ ਪਾਵਾਂਗੇ ਉਹ ਸਾਰੇ ਇੰਡਾਇਰੈਕਟ ਹੀ ਪਾਵਾਂਗੇ। ਡਿਸਕਾਊਂਟ ਅਲਾਉਡ ਕੀਤਾ ਗਿਆ ਹੈ ਜਿਹੜਾ ਆਪਾਂ ਨੂੰ ਟਰਾਇਲ ਬੈਲੈਂਸ ਦੇ ਵਿੱਚ ਦਿੱਤਾ ਹੋਇਆ ਡਿਸਕਾਊਂਟ ਅਲਾਉਡ। ਸੋ ਉਹ ਡਿਸਕਾਊਂਟ ਆਪਾਂ ਇੱਧਰ ਲਿਖਾਂਗੇ। ਆਪਣੇ ਕੋਲੇ ਡਿਸਕਾਊਂਟ ਦੀ ਵੈਲਿਊ ਹੈਗੀ ਆ 2000। ਫਿਰ ਨੈਕਸਟ ਆਪਣੇ ਕੋਲ ਇਹਨਾਂ ਨੇ ਦਿੱਤਾ ਹੋਇਆ ਹੈ ਰੇਟ ਐਂਡ ਟੈਕਸਿਸ। ਰੇਟ ਇੰਸ਼ੋਰੈਂਸ ਐਂਡ ਟੈਕਸਿਸ ਆ ਜਿਹੜੇ ਉਹ ਵੀ ਸਾਡੇ ਇੰਡਾਇਰੈਕਟ ਖਰਚੇ ਹੀ ਹੁੰਦੇ ਆ। ਹੁਣ 1900 ਦੇ ਤਾਂ ਨੋਰਮਲ ਜਿਹੜੇ ਐਕਸਪੈਂਸਿਸ ਹੈ ਬਟ ਇਹਦੇ ਵਿੱਚੋਂ ਕੁਛ ਉਹਨਾਂ ਨੇ ਪ੍ਰੀਪੇਡ ਵੀ ਕੀਤੇ ਆ। ਹੁਣ ਜਿਹੜੀ ਵੈਲਿਊ ਪ੍ਰੀਪੇਡ ਹੋਈ ਆ ਉਹ ਹਮੇਸ਼ਾ ਅਸੀਂ ਪ੍ਰੋਫਿਟ ਐਂਡ ਲਾਸ ਦੇ ਵਿੱਚੋਂ ਜਦੋਂ ਐਡਜਸਟਮੈਂਟ ਹੋਊਗੀ ਉਦੋਂ ਮਾਈਨਸ ਕਰਕੇ ਪਾਉਣੀ ਆ। ਇੱਕ ਦੋ ਕੁਐਸਚਨਸ ਅੱਗੇ ਵੀ ਆ ਜਿਹੜੇ ਤੁਹਾਡੇ ਬੁੱਕ ਦੇ ਵਿੱਚ ਹੈਗੇ ਜਿਹਦੇ ਵਿੱਚ ਆਊਟਸਟੈਂਡਿੰਗ ਔਰ ਪ੍ਰੀਪੇਡ ਵੈਲਿਊਜ਼ ਨੂੰ ਦਿੱਤਾ ਹੋਊਗਾ। ਆਊਟਸਟੈਂਡਿੰਗ ਹਮੇਸ਼ਾ ਜੁੜ ਜਾਂਦੀ ਆ ਪ੍ਰੀਪੇਡ ਹਮੇਸ਼ਾ ਮਾਈਨਸ ਹੋ ਜਾਂਦੀ ਆ। ਸੋ ਆਪਾਂ ਇੱਥੇ ਪ੍ਰੀਪੇਡ ਨੂੰ ਕੀ ਕਰਾਂਗੇ ਮਾਈਨਸ ਕਰਾਂਗੇ। ਆਪਣੇ ਕੋਲੇ 1500 ਜਿਹੜੀ ਵੈਲਿਊ ਆ ਉਹ ਐਗਜ਼ੈਕਟ ਇੱਥੇ ਆ ਜੂਗੀ ਸਾਡੇ ਕੋਲੇ ਜੋ ਰੇਟ ਐਂਡ ਇੰਸ਼ੋਰੈਂਸ ਦੀ ਆਊਗੀ।
ਫਿਰ ਸਾਡੇ ਕੋਲੇ ਜੋ ਡੈਪਰੀਸ਼ੀਏਸ਼ਨ ਗਿਵਨ ਆ, ਡੈਪਰੀਸੀਏਸ਼ਨ ਵੀ ਸਾਡੇ ਖਰਚੇ ਹੁੰਦੇ ਆ ਇਨਡਾਇਰੈਕਟ, ਉਹ ਸਾਡੇ ਕੋਲੇ 250 ਦੇ ਗਿਵਨ ਆ, ਉਹਨਾਂ ਨੂੰ ਵੀ ਤੁਸੀਂ ਮਾਈਨਸ ਕਰੋਗੇ ਔਰ ਇਹਨੂੰ ਇੱਥੇ ਲਿਖੋਗੇ। ਹੁਣ ਜੋ ਇਹਨਾਂ ਦੋਨਾਂ ਸਾਈਡ ਦਾ ਟੋਟਲ ਆ ਉਹਨੂੰ ਕਰੋਗੇ, ਟੋਟਲ ਕਰਕੇ ਤੁਸੀਂ ਪ੍ਰੋਫਿਟ ਐਂਡ ਲਾਸ ਆ ਦੋਨੋਂ ਕੈਲਕੂਲੇਟ ਕਰੋਗੇ। ਡੈਬਿਟ ਸਾਈਡ ਦਾ ਟੋਟਲ ਕਰਦੇ ਆ ਤਾਂ ਸਾਡੇ ਕੋਲੇ ਆਹ ਵੈਲਿਊ ਜਿਹੜੀ ਕੀ ਆ ਇੱਥੇ ਕੈਲਕੂਲੇਟ ਹੋ ਕੇ ਆਏਗੀ। ਔਰ ਇੱਧਰਲੀ ਸਾਈਡ ਦੇ ਵਿੱਚ ਜਦੋਂ ਆਹ ਦੋਨੋਂ ਸਾਈਡਸ ਯਾਨੀ ਕਿ ਜਦੋਂ ਅਸੀਂ ਆਹ ਵੈਲਿਊ ਦੇ ਵਿੱਚੋਂ ਦੋਨੋਂ ਵੈਲਿਊਜ਼ ਮਾਈਨਸ ਕਰਦੇ ਹਾਂ ਸਾਡੇ ਕੋਲ ਇੱਕ ਵੈਲਿਊ ਆਏਗੀ, ਉਹਨੂੰ ਅਸੀਂ ਕੀ ਬੋਲਦੇ ਹਾਂ, ਲਾਸ ਬੋਲਦੇ ਹਾਂ। ਤਾਂ ਉਸ ਚੀਜ਼ ਨੂੰ ਅਸੀਂ ਬੋਲਾਂਗੇ ਬਾਏ ਨੈਟ ਲਾਸ। ਔਰ ਇਹ ਵੈਲਿਊ ਜਿਹੜੀ ਆਊਗੀ 4900 ਦੀ ਹੋਊਗੀ, ਜੋ ਕਿ ਅਸੀਂ ਹੁਣ ਸਾਡੀ ਬੈਲੈਂਸ ਸ਼ੀਟ ਦੇ ਵਿੱਚ ਟ੍ਰਾਂਸਫਰ ਕਰਾਂਗੇ, ਜੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਸੋ ਇਹ ਵੀਡੀਓ ਤੁਹਾਡੇ ਕੋਲ ਸਿਰਫ ਪ੍ਰੋਫਿਟ ਐਂਡ ਲਾਸ ਦੀ ਹੈ, ਇਸ ਤੋਂ ਨੈਕਸਟ ਵੀਡੀਓ ਤੁਹਾਡੇ ਕੋਲ ਹੋਊਗੀ ਬੈਲੈਂਸ ਸ਼ੀਟ ਦੀ। ਸੋ ਪਹਿਲਾਂ ਇਹ ਦੋਨੋਂ ਟੌਪਿਕਸ ਨੂੰ ਕਵਰ ਕਰਨਾ ਹੈ, ਉਸ ਤੋਂ ਬਾਅਦ ਤੁਸੀਂ ਕੀ ਆ ਪ੍ਰੋਫਿਟ ਐਂਡ ਲਾਸ ਜਿਹੜੇ ਹੈਗੇ ਆ ਕੰਪਲੀਟ ਕਰਨ ਤੋਂ ਬਾਅਦ ਬੈਲੈਂਸ ਸ਼ੀਟ ਆ ਜਿਹੜਾ ਉਹ ਨੈਕਸਟ ਵੀਡੀਓ ਦੇ ਵਿੱਚ ਕਵਰ ਕਰੋਗੇ। ਸੋ ਫਸਟਲੀ ਇਹਨੂੰ ਅੰਡਰਸਟੈਂਡ ਕਰਨਾ ਔਰ ਇਹਦੀ ਹੈਲਪ ਦੇ ਨਾਲ ਕੁਐਸਚਨ ਸੋਲਵ ਕਰਨਾ, ਦੈਨ ਨੈਕਸਟ ਨੂੰ ਦੇਖਣਾ ਹੈ।